ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਨੌਵੇਂ ਪਾਤਸ਼ਾਹ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸ਼ਲੋਕਾਂ ਦੀ ਵਿਚਾਰ ਆਰੰਭ ਕੀਤੀ ਹੋਈ ਆ। ਸੋ ਹੁਣ ਤੱਕ 8 ਸ਼ਲੋਕਾਂ ਦੀ ਵਿਚਾਰ ਆਪਾਂ ਕਰ ਚੁੱਕੇ ਹਾਂ। ਸੋ ਅੱਜ ਦੀ ਵੀਡੀਓ ਵਿੱਚ ਆਪਾਂ 9ਵੇਂ ਤੇ 10ਵੇਂ ਸ਼ਲੋਕ ਦੀ ਵਿਚਾਰ ਕਰਾਂਗੇ। ਸੋ 9ਵੇਂ ਸ਼ਲੋਕ ਅੰਦਰ ਧੰਨ ਗੁਰੂ ਤੇਗ ਬਹਾਦਰ ਜੀ ਸਾਨੂੰ ਉਪਦੇਸ਼ ਦੇ ਰਹੇ ਨੇ, ਸਭ ਸੁਖ ਦਾਤਾ ਰਾਮ ਹੈ, ਦੂਸਰ ਨਾ ਹੀ ਕੋਈ। ਕਹੋ ਨਾਨਕ ਸੁਨਰੇ ਮਨਾ, ਤਹਿ ਸਿਮਰਤ ਗਤ ਹੋਏ। ਕਿ ਸਭ ਸੁਖ ਦਾਤਾ ਰਾਮ ਹੈ, ਕਿ ਸਾਰਿਆਂ ਸੁੱਖਾਂ ਦਾ ਦਾਤਾ ਕੌਣ ਆ? ਰਾਮ। ਕਈ ਵਾਰਾਂ ਸਾਨੂੰ ਇਹ ਭੁਲੇਖਾ ਪੈ ਜਾਂਦਾ ਏ ਗੁਰਬਾਣੀ ਪੜ੍ਹਦਿਆਂ ਕਿ ਸ਼ਾਇਦ ਇੱਥੇ ਦਸ਼ਰਥ ਜੀ ਦੇ ਪੁੱਤਰ ਰਾਮ ਦੀ ਗੱਲ ਕੀਤੀ ਆ, ਪਰ ਜਦੋਂ ਗੁਰਬਾਣੀ ਨੂੰ ਵਿਚਾਰੀਏ ਤੇ ਸਾਨੂੰ ਸਮਝ ਆਉਂਦੀ ਹੈ ਕਿ ਇੱਥੇ ਉਸ ਰਾਮ ਦੀ ਗੱਲ ਨਹੀਂ ਕੀਤੀ। ਇੱਥੇ ਉਸ ਰਾਮ ਦੀ ਗੱਲ ਕੀਤੀ ਹੈ ਜਿਹੜਾ ਕਿ ਸਭੇ ਕਟ ਰਾਮ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਉਸ ਰਮੇ ਹੋਏ ਪਰਿਪੂਰਨ ਪਰਮਾਤਮਾ ਦੀ ਗੱਲ ਕੀਤੀ ਹੈ, ਜਿਹਦਾ ਹੁਕਮ, ਜਿਹਦਾ ਨਿਯਮ, ਜਿਹਦਾ ਸਿਧਾਂਤ ਸਾਰੀ ਕਾਇਨਾਤ ਦੇ ਉੱਪਰ ਚੱਲ ਰਿਹਾ ਹੈ। ਸਤਿਗੁਰੂ ਜੀ ਕਹਿ ਰਹੇ ਨੇ, ਗੁਰੂ ਤੇਗ ਬਹਾਦਰ ਜੀ, ਕਿ ਸਭ ਸੁਖ ਦਾਤਾ ਰਾਮ ਹੈ। ਸਭ ਤੋਂ ਭਾਵ ਸਾਰੇ। ਇੱਥੇ ਸਭ ਦੇ ਭੱਬੇ ਥੱਲੇ ਔਂਕੜ ਨਹੀਂ ਆ, ਮੁਕਤਾ ਆ। ਤਾਂ ਇਸ ਤੋਂ ਭਾਵ ਆ ਕਿ ਸਾਰਿਆਂ ਸੁੱਖਾਂ ਦਾ ਦਾਤਾ ਉਹ ਪਰਿਪੂਰਨ ਵਾਹਿਗੁਰੂ ਹੈ, ਜਿਹਦਾ ਹੁਕਮ, ਜਿਹਦਾ ਨਿਯਮ ਸਾਰੇ ਸੰਸਾਰ 'ਤੇ ਚੱਲ ਰਿਹਾ। ਤੇ ਦੂਸਰ ਨਾ ਹੀ ਕੋਈ। ਨਾਲ ਹੀ ਗੱਲ ਇਹ ਕਹਿ ਦਿੱਤੀ ਕਿ ਦੂਜਾ ਕੋਈ ਨਹੀਂ। ਸਰਬੰਗ ਸਾਚਾ ਏਕ ਹੈ, ਦੂਜਾ ਨਾ ਹੀ ਕੋਈ। ਤੇ ਕਿਹੜੇ ਕਿਹੜੇ ਸੁੱਖ ਸਾਨੂੰ ਉਸ ਮਾਲਕ ਨੇ ਦਿੱਤੇ ਹਨ। ਜੇ ਸੁੱਖਾਂ ਦੀ ਗੱਲ ਕਰੀਏ ਗੁਰੂ ਪਿਆਰਿਓ, ਇਹ ਹਵਾ, ਇਹ ਪਾਣੀ, ਇਹ ਧਰਤੀ, ਇਹ ਅੱਗ, ਆਕਾਸ਼, ਧਰਤੀ ਉੱਪਰ ਫਸਲਾਂ, ਫਲ, ਹੋਰ ਕਿਤਨੇ ਹੀ ਸੁੱਖ ਨੇ ਜਿਹੜੇ ਉਸ ਮਾਲਕ ਨੇ ਸਾਨੂੰ ਦਿੱਤੇ ਹਨ। ਤੇ ਸਭ ਤੋਂ ਵੱਡਾ ਸੁੱਖ ਇਹ ਮਨੁੱਖਾ ਦੇ ਹੀ। ਸੁਖਮਨੀ ਸਾਹਿਬ ਜੀ ਦੀ ਬਾਣੀ 'ਚ ਆਪਾਂ ਪੜ੍ਹਦੇ ਹਾਂ ਨਾ, ਕਿ ਰਮਈਆਂ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਰਮਈਆਂ ਉਸ ਰਮੇ ਹੋਏ ਮਾਲਕ ਦੇ ਗੁਣਾਂ ਨੂੰ ਤੂੰ ਧਾਰਨ ਕਰ, ਵੇਖ ਤੇਰਾ ਮੂਲ ਕੀ ਸੀ, ਤੈਨੂੰ ਕਿੱਥੇ ਲਿਆ ਕੇ, ਕਿੱਥੇ ਉਸ ਮਾਲਕ ਨੇ ਖੜਾ ਕਰ ਦਿੱਤਾ। ਮਾਂ ਦੇ ਗਰਭ 'ਚੋਂ ਲਿਆ ਕੇ ਤੈਨੂੰ ਇੰਨਾ ਸੋਹਣਾ ਮਨੁੱਖਾ ਦੇਹੀ ਤੈਨੂੰ ਉਸ ਮਾਲਕ ਨੇ ਬਖਸ਼ਿਸ਼ ਕਰ ਦਿੱਤੀ। ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨਵੇਂ ਜਿਹਨੇ ਉਬਾਰਿਆ। ਮਾਂ ਦੇ ਗਰਭ ਵਿੱਚ ਜਿਹਨੇ ਤੇ ਰੱਖਿਆ ਕੀਤੀ। ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨਵੇਂ ਜਿਹਨੇ ਉਬਾਰਿਆ। ਫਿਰ ਕੀ ਹੋਇਆ? ਬਾਰ ਬਿਉਸਤਾ ਤੁਝੇ ਪਿਆਰੇ, ਦੂਧ ਪਰਜੋਬਨ ਭੋਜਨ ਸੁਖ ਸੂਤ। ਬਾਲ ਅਵਸਥਾ ਵਿੱਚ ਤੇਰੇ ਵਾਸਤੇ ਦੁੱਧ ਦਾ ਪ੍ਰਬੰਧ ਕੀਤਾ। ਜਵਾਨੀ ਵਿੱਚ ਹੋਇਆ ਤੂੰ ਕਈ ਪ੍ਰਕਾਰ ਦੇ ਭੋਜਨ ਛਕਦਾ ਹੈ। ਭੋਜਨ, ਸੁੱਖ, ਸੂਦ, ਕਈ ਪ੍ਰਕਾਰ ਦੇ ਸੁੱਖ ਲੈ ਰਿਹਾ ਹੈ, ਸਹੂਲਤਾਂ ਲੈ ਰਿਹਾ ਹੈ। ਬਿਰਧ ਭਇਆ ਉੱਪਰ ਸਾਕ ਸੈਨ। ਹੁਣ ਬੁਢੇਪਾ ਆਇਆ, ਹੁਣ ਤੇਰੇ ਸਾਕ ਸੰਬੰਧੀ ਰਿਸ਼ਤੇਦਾਰ, ਤੇਰੇ ਧੀਆਂ ਪੁੱਤਰ ਤੇਰੇ ਕੋਲ ਆ ਕੇ ਬੈਠਦੇ ਨੇ ਤੇ ਮੁਖ ਅਪਿਆ ਬੈਠ ਕੋ ਦੈਨ। ਤੇਰੀ ਸੇਵਾ, ਤੇਰੀ ਆਵਾ ਭਗਤ ਕਰਦੇ ਨੇ, ਤੇਰੇ ਵਾਸਤੇ ਪ੍ਰਬੰਧ ਕਰਦੇ ਨੇ ਹਰ ਇੱਕ ਚੀਜ਼ ਦਾ, ਖਾਣ ਦਾ, ਪੀਣ ਦਾ। ਪਰ ਇਹ ਨਿਰਗੁਣ ਗੁਣ ਕਛੂ ਨਾ ਬੂਝੇ, ਬਖਸ਼ ਲਿਹੋ ਤੂੰ ਨਾਨਕ ਸੀਜੇ। ਪਰ ਇਹ ਮਨੁੱਖ ਜਿਹੜਾ ਹੈ ਔਗੁਣਾਂ ਨਾਲ ਭਰ ਕੇ ਉਸ ਮਾਲਕ ਨੂੰ ਭੁੱਲ ਜਾਂਦਾ ਜਿਹਨੇ ਇੰਨੇ ਸੁੱਖ ਤੈਨੂੰ ਦਿੱਤੇ ਹਨ। ਹੋਰ ਕਿਹੜੇ ਸੁੱਖ ਦਿੱਤੇ ਨੇ? ਜਿਹੇ ਪ੍ਰਸਾਦ ਤਰ ਉੱਪਰ ਸੁਖ ਬਸੈ। ਇਸ ਧਰਤੀ ਦੇ ਉੱਪਰ ਸੁਖੀ ਰਹਿ ਰਿਹਾ ਹੈ, ਧਰਤੀ ਦਿੱਤੀ ਹੈ। ਸੁੱਤ ਭਰਾਤ ਮੀਤ ਬੰਤਾ ਸੰਗਸੇ। ਪੁੱਤਰਾਂ ਨਾਲ, ਭਰਾਵਾਂ ਨਾਲ, ਮਿੱਤਰਾਂ ਨਾਲ, ਘਰਵਾਲੀ ਨਾਲ ਰਹਿ ਰਿਹਾ ਹੈ ਸੁੱਖ। ਜੇ ਪ੍ਰਸਾਦ ਪੀਵੇ ਸ਼ੀਤਲ ਜਲਾ, ਉਹਦੀ ਕਿਰਪਾ ਨਾਲ ਠੰਡਾ ਜਲ ਪੀ ਰਿਹਾ ਹੈ। ਸੁਖਦਾਈ ਪਵਨ,
ਪਵਨ ਹਵਾ ਤੈਨੂੰ ਮਿਲ ਰਹੀ ਹੈ ਹਰ ਵੇਲੇ, ਪਾਵਕ ਅੱਗ, ਅਮਲਾ, ਇਹ ਅਮੋਲਕ ਪਦਾਰਥ ਉਸ ਮਾਲਕ ਨੇ ਤੈਨੂੰ ਦਿੱਤੇ ਹਨ ਜੀਣ ਵਾਸਤੇ। ਤੇ ਇਹਨਾਂ ਦਾਤਾ ਕੌਣ ਆ? ਇੱਕ ਮਾਲਕ, ਉਹ ਰਮਿਆ ਹੋਇਆ ਵਾਹਿਗੁਰੂ, ਹੋਰ ਕੋਈ ਦੂਜਾ ਨਹੀਂ। ਇਸ ਕਰਕੇ ਧੰਨ ਗੁਰੂ ਤੇਗ ਬਹਾਦਰ ਜੀ ਕਹਿ ਰਹੇ ਨੇ ਕਿ ਹੋਰ ਦੂਜੇ ਪਾਸੇ ਤੂੰ ਭਟਕਣਾ ਨਹੀਂ, ਸਿਰਫ ਇੱਕ ਉਸ ਮਾਲਕ ਵਾਹਿਗੁਰੂ ਪ੍ਰਮਾਤਮਾ ਦੇ ਨਾਮ ਦੇ ਨਾਲ ਹੀ ਜੁੜ ਕੇ ਰਹਿਣਾ ਜਿਹਨੇ ਤੈਨੂੰ ਸਾਰੀਆਂ ਦਾਤਾਂ ਦਿੱਤੀਆਂ ਨੇ। ਦੂਸਰ ਨਾ ਹੀ ਕੋਈ, ਦੂਜਾ ਕੋਈ ਹੈ ਹੀ ਨਹੀਂ, ਦੂਜਾ ਤੀਜਾ। ਕਹੋ ਨਾਨਕ ਸੁਨਰੇ ਮਨਾ, ਹੇ ਮੇਰੇ ਮਨ ਸੁਣ, ਤਹਿ ਸਿਮਰਤ, ਉਦੋਂ ਸਿਮਰਨ ਕੀਤਿਆਂ, ਉਹਨੂੰ ਚੇਤੇ ਕੀਤਿਆਂ, ਉਹਨੂੰ ਯਾਦ ਕੀਤਿਆਂ, ਉਹਦੇ ਗੁਣਾਂ ਨੂੰ ਹਿਰਦੇ 'ਚ ਵਸਾਇਆ, ਗਤ ਹੋਏ। ਕੀ ਹੋਵੇਗਾ? ਤੇਰੀ ਗਤੀ ਹੋਵੇਗੀ। ਕਿੰਨਾ ਤੋਂ? ਵਿਸ਼ੇ ਵਿਕਾਰਾਂ ਤੋਂ ਤੇਰੀ ਖਲਾਸੀ ਹੋ ਜਾਵੇਗੀ। ਜਿਹੜੇ ਬੰਧਨ ਤੈਨੂੰ ਪਏ ਹੋਏ ਨੇ ਨਾ, ਕਾਮ, ਕ੍ਰੋਧ, ਲੋਭ, ਮੋਹ, ਮਨ ਲੀਨਾ, ਬੰਧਨ ਕਾਟ, ਮੁਕਤ ਗੁਰ ਕੀਨਾ। ਗੁਰੂ ਤੈਨੂੰ ਇਹਨਾਂ ਬੰਧਨਾਂ ਤੋਂ ਮੁਕਤ ਕਰੇਗਾ ਜਦੋਂ ਉਸ ਸੁੱਖਾਂ ਦੇ ਦਾਤੇ ਮਾਲਕ ਵਾਹਿਗੁਰੂ ਨੂੰ ਤੂੰ ਧਿਆਏਂਗਾ, ਉਹਨੂੰ ਚੇਤੇ ਕਰੇਂਗਾ, ਉਹਦੀ ਯਾਦ 'ਚ ਜੁੜ ਕੇ ਰਵੇਂਗਾ ਤੇ ਗੁਣਾਂ ਦਾ ਧਾਰਨੀ ਹੋਵੇਂਗਾ। ਕਿਹੜੇ ਗੁਣ? ਚੰਗੇ ਗੁਣ, ਚੰਗਿਆਈਆਂ। ਜਦੋਂ ਇਹਨਾਂ ਦਾ ਧਾਰਨੀ ਤੋਂ ਬਣੇਗਾ ਫਿਰ ਕੀ ਹੋਵੇਗਾ? ਤਹਿ ਸਿਮਰਤ ਗਤ ਹੋਏ। ਸੋ ਅਗਲੇ ਸ਼ਲੋਕ ਅੰਦਰ ਸਤਿਗੁਰੂ ਜੀ ਫਰਮਾਉਂਦੇ ਨੇ, ਜਹ ਸਿਮਰਤ ਗਤ ਪਾਈਐ ਤਿਹ ਪਜਰੇ ਤੇ ਮੀਤ, ਕਉ ਨਾਨਕ ਸੁਨਰੇ ਮਨਾ, ਔਦ ਕਟਤ ਹੈ ਨੀਤ। ਸਤਿਗੁਰੂ ਜੀ ਫਰਮਾਉਂਦੇ ਨੇ ਗੁਰੂ ਤੇਗ ਬਹਾਦਰ ਕਿ ਜਿਹਨੂੰ ਚੇਤੇ ਕਰਿਆ, ਜਹ ਸਿਮਰਤ ਗਤ ਪਾਈਏ, ਗਤੀ ਮਿਲਦੀ ਆ, ਖਲਾਸੀ ਮਿਲਦੀ ਆ। ਕਿੰਨਾ ਤੋਂ? ਬੰਧਨਾਂ ਤੋਂ। ਜਦੋਂ ਮਨੁੱਖ ਚੰਗੇ ਗੁਣਾਂ ਦਾ ਧਾਰਨੀ ਬਣਦਾ ਹੈ ਨਾ, ਫਿਰ ਉਹ ਗੁਣ ਆਪਣੇ ਛੱਡ ਦਿੰਦਾ ਹੈ, ਵਿਸ਼ੇ ਵਿਕਾਰਾਂ ਤੋਂ ਬਚ ਕੇ ਰਹਿੰਦਾ, ਉਹਨਾਂ ਤੋਂ ਉਹਦੀ ਫਿਰ ਗਤੀ ਹੁੰਦੀ ਹੈ। ਜਿਹ ਸਿਮਰਤ ਗਤ ਪਾਈਏ ਤੇਹ ਭਜ, ਹੈ ਮੇਰੇ ਮਿੱਤਰ ਉਹਨੂੰ ਭਜ, ਉਹਨੂੰ ਧਿਆਉਣਾ ਕਰ, ਤੇਹ ਭਜ, ਉਹਨੂੰ ਯਾਦ ਕਰ। ਤੈ ਮੀਤ, ਹੈ ਮੇਰੇ ਪਿਆਰੇ ਮਿੱਤਰ, ਜਿਹਦੇ ਸਿਮਰਨ ਕੀਤਿਆਂ, ਜਿਹਦੇ ਚੇਤੇ ਕਰਿਆ, ਜਿਹਨੂੰ ਯਾਦ ਕਰਿਆ, ਗਤ ਪਾਈਏ, ਬੰਧਨਾਂ ਤੋਂ ਮੁਕਤੀ, ਬੰਧਨਾਂ ਤੋਂ ਖਲਾਸੀ, ਬੰਧਨਾਂ ਤੋਂ ਆਜ਼ਾਦੀ ਮਿਲ ਜਾਂਦੀ ਏ ਜਦੋਂ ਤੂੰ ਨਿਤਾ ਪ੍ਰਤੀ ਉਹਨੂੰ ਚੇਤੇ ਕਰਦਾ ਹੈ। ਭਾਵ ਜਦੋਂ ਮਨੁੱਖ ਕੋਈ ਵੀ ਕੰਮ ਨਿਤਾ ਪ੍ਰਤੀ ਕਰਦਾ ਹੈ ਨਾ, ਉਹਨੂੰ ਇੱਕ ਨਾ ਇੱਕ ਦਿਨ ਉਸ ਕੰਮ ਅੰਦਰ ਜਿੱਤ ਜ਼ਰੂਰ ਪ੍ਰਾਪਤ ਹੋ ਜਾਂਦੀ ਹੈ। ਉਹ ਆਪਣਾ ਹੌਸਲਾ ਡਗਾਉਂਦਾ ਨਹੀਂ, ਉਹ ਹਰ ਵੇਲੇ ਤਿਆਰ ਰਹਿੰਦਾ। ਜਿਵੇਂ ਛੋਟੇ ਹੁੰਦਿਆਂ ਬੱਚੇ ਖੇਡਦੇ ਹਨ, ਕੋਈ ਵੀ ਗੇਮ ਖੇਡਦੇ ਹਨ, ਕਦੇ ਹਾਰਦੇ ਹਨ, ਕਦੇ ਜਿੱਤ ਜਾਂਦੇ ਨੇ। ਜਦੋਂ ਅੱਜ ਹਾਰ ਗਏ ਨੇ ਤੇ ਉਹ ਹਾਰ ਕੇ ਨਿਰਾਸ਼ ਨਹੀਂ ਹੁੰਦੇ, ਉਹ ਸਵੇਰੇ ਫਿਰ ਤਿਆਰ ਹੁੰਦੇ ਨੇ ਕਿ ਅੱਜ ਮੈਂ ਸਵੇਰ ਜਾਣਾ ਹੈ। ਸੋ ਉਹ ਪ੍ਰੈਕਟਿਸ ਕਰਦਿਆਂ ਕਰਦਿਆਂ ਫਿਰ ਇੱਕ ਦਿਨ ਜਿੱਤਦੇ ਵੀ ਹਨ। ਇੱਦਾਂ ਹੀ ਗੇਮਾਂ ਹੁੰਦੀਆਂ ਨੇ, ਮਨੁੱਖ ਜਿਹੜਾ ਹੈ ਅੱਗੇ ਵੱਧਦਾ ਗੇਮਾਂ 'ਚ ਜਿੱਤ ਪ੍ਰਾਪਤ ਕਰਦਾ ਹੈ। ਇੱਦਾਂ ਹੀ ਜਦੋਂ ਮਨੁੱਖ ਯਤਨ ਕਰਦਾ ਹੈ ਕਿ ਮੈਂ ਵਿਕਾਰਾਂ ਤੋਂ ਮੁਕਤੀ ਲੈਣੀ ਹੈ, ਵਿਕਾਰਾਂ ਤੋਂ ਬਚਣਾ ਹੈ, ਤੇ ਹੌਲੀ ਹੌਲੀ ਇਹਨਾਂ ਬੰਧਨਾਂ ਤੋਂ ਵੀ ਫਿਰ ਉਹ ਛੁੱਟ ਜਾਂਦਾ ਹੈ। ਤਹਿ ਸਿਮਰਤ ਗਤ ਹੋਏ, ਕਹੋ ਨਾਨਕ ਸੁਨਰੇ ਮਨਾ। ਸਤਿਗੁਰੂ ਜੀ ਫਰਮਾਉਂਦੇ ਨੇ, ਤਹਿ ਭਜ, ਹੈ ਮੇਰੇ ਮਿੱਤਰ, ਉਹਨੂੰ ਭਜ, ਹੈ ਮੇਰੇ ਪਿਆਰੇ ਮਿੱਤਰ। ਜੇ ਸਿਮਰਤ ਗਤ ਪਾਈਏ, ਜਿਹਦੇ ਸਿਮਰਨ ਕੀਤਿਆਂ ਖਲਾਸੀ ਹੁੰਦੀ ਹੈ, ਮੁਕਤੀ ਹੁੰਦੀ ਹੈ ਵਿਕਾਰਾਂ ਤੋਂ। ਕਹੋ ਨਾਨਕ ਸੁਨਰੇ ਮਨਾ, ਔਦ ਕਟਤ ਹੈ ਨੀਤ। ਹੈ ਮੇਰੇ ਮਨ ਸੁਣ, ਇਹ ਉਮਰ ਹੈ ਨਾ ਜਿਹੜੀ, ਔਦ ਕਹਿੰਦੇ ਉਮਰ ਨੂੰ, ਕਟਤ ਹੈ ਨੀਤ, ਇਹ ਨਿਤ ਹੀ ਘਟ ਰਹੀ ਹੈ। ਇਹ ਨਾ ਸਮਝੀ ਗੁਰੂ ਜੀ ਡਰਾ ਰਹੇ ਨੇ ਕਿ ਉਮਰ ਘਟਦੀ ਜਾ ਰਹੀ ਹੈ। ਕਹਿਣ ਤੋਂ ਭਾਵ ਹੈ ਕਿ ਸਮੇਂ ਰਹਿੰਦੇ ਹੀ ਤੂੰ ਚੰਗਿਆਈਆਂ ਦੇ ਧਾਰਨੀ ਬਣ ਜਾ, ਚੰਗੇ ਗੁਣਾਂ ਨੂੰ ਆਪਣੇ ਅੰਦਰ ਵਸਾ ਲਾ, ਬੁਰਾਈਆਂ ਨੂੰ ਛੱਡ ਦੇ ਸਮੇਂ ਰਹਿੰਦਿਆਂ। ਇਹ ਨਾ ਹੋਵੇ ਉਮਰ ਨਿਕਲ ਜਾਵੇ, ਸਮਾਂ ਹੱਥੋਂ ਨਿਕਲ ਜਾਵੇ, ਉਸ ਵੇਲੇ ਫਿਰ ਤੇਰੇ ਪੱਲੇ ਹੀ ਕੱਛ ਨਾ ਹੋਵੇ। ਸੋ ਕਹਿਣ ਤੋਂ ਭਾਵ ਔਦ ਜਿਹੜੀ ਆ, ਉਮਰ ਜਿਹੜੀ ਆ, ਉਹ ਨਿਤਾ ਪ੍ਰਤੀ ਘਟ ਰਹੀ ਆ, ਸਰੀਰ ਜਿਹੜਾ ਆ ਕਮਜ਼ੋਰ ਹੋ ਰਿਹਾ ਆ। ਔਦ ਕਟੈ ਦਿਨਸ ਰਹਿਣ ਆਰੇ, ਮਨ ਗੁਰਮਿਲ ਕਾਜ ਸਵਾਰੇ। ਤੂੰ ਸਮੇਂ ਰਹਿੰਦਿਆਂ ਗੁਰੂ ਦੇ ਨਾਲ ਮਿਲ, ਗੁਰੂ ਕੋਲ ਬੈਠ ਤੇ ਆਪਣੇ ਕਾਜ ਸਵਾਰ ਲਾ, ਆਪਣੇ ਆਪ ਨੂੰ ਔਗੁਣਾਂ ਤੋਂ ਬਚਾ ਲਾ, ਗੁਣਾਂ ਦਾ ਧਾਰਨੀ ਬਣ ਜਾ, ਚੰਗਿਆਈਆਂ ਦਾ ਸਾਥ ਦਿਆ ਕਰ, ਚੰਗੇ ਕੰਮ ਕਰਿਆ ਕਰ।
ਨਹੀਂ ਤੇ ਉਮਰ ਜਿਹੜੀ ਆ ਲੰਘਦੀ ਜਾ ਰਹੀ ਆ, ਘਟਦੀ ਜਾ ਰਹੀ ਆ, ਸਮਾਂ ਬੀਤਦਾ ਜਾ ਰਿਹਾ ਹੈ। ਭਾਵੇਂ ਅਸੀਂ ਬੜੇ ਖੁਸ਼ ਹੋ ਕੇ ਆਪਣੇ ਬੱਚਿਆਂ ਦੇ ਘਰਾਂ ਜਨਮ ਦਿਨ ਮਨਾਉਂਦੇ ਆ, ਪਰ ਇਹ ਵੀ ਗੱਲ ਚੇਤੇ ਰੱਖ ਪਿਆਰਿਆ, ਜਿੱਥੇ ਜਨਮ ਦਿਨ ਦੀ ਤੈਨੂੰ ਖੁਸ਼ੀ ਏ, ਇਹ ਵੀ ਗੱਲ ਯਾਦ ਰੱਖੀ ਨਾਲ ਨਾਲ ਉਮਰ ਵੀ ਘਟ ਰਹੀ ਆ। ਉਮਰ ਦੇ ਦਿਨ ਘਟਦੇ ਜਾ ਰਹੇ, ਦਿਨ ਤੇ ਪਹਿਰ, ਪਹਿਰ ਤੇ ਕਰੀਆਂ ਆਵ ਕਟੈ, ਤਨ ਚੀਜੇ, ਤਨ ਜਿਹੜਾ ਹੈ ਕਮਜ਼ੋਰ ਹੋ ਰਿਹਾ ਹੈ। ਸੋ ਫਿਰ ਕਿਉਂ ਨਾ ਵੇਲਾ ਸੰਭਾਲੀਏ, ਆਪਾਂ ਔਗਣ ਤਿਆਗੀਏ, ਗੁਣਾਂ ਦੇ ਧਾਰਨੀ ਬਣੀਏ, ਵਿਸ਼ੇ ਵਿਕਾਰਾਂ ਨੂੰ ਛੱਡੀਏ ਤੇ ਗੁਰੂ ਦੀ ਸ਼ਰਨ ਵਿੱਚ ਰਹਿ ਕੇ ਆਪਣਾ ਜੀਵਨ ਸਵਾਰ ਲਈਏ। ਉਮਰ ਰਹਿੰਦਿਆਂ ਸਮਾਂ ਲੰਘਣ ਤੋਂ ਪਹਿਲਾਂ ਅਬ ਨਾ ਭਜਸ, ਭਜਸ ਕ ਭਾਈ, ਆਵੇ ਅੰਤ ਨਾ ਭਜਿਆ ਜਾਈ। ਫਿਰ ਔਗਣ ਛੱਡਣ ਦਾ ਕੋਈ ਫਾਇਦਾ ਹੀ ਨਹੀਂ ਹੋਣਾ ਜੇ ਸਮੇਂ ਰਹਿੰਦਿਆਂ ਆਪਣੇ ਔਗਣ ਤੂੰ ਨਾ ਛੱਡੇ। ਸੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇਹ ਦੋਵੇਂ ਸ਼ਲੋਕਾਂ ਅੰਦਰ ਸਾਨੂੰ ਇਹੀ ਉਪਦੇਸ਼ ਦੇ ਰਹੇ ਨੇ ਕਿ ਸਾਰਿਆਂ ਸੁੱਖਾਂ ਦਾ ਦਾਤਾ ਉਹ ਵਾਹਿਗੁਰੂ ਪਰਮਾਤਮਾ ਰਾਮ ਹੈ, ਜਿਹੜਾ ਸਾਰੇ ਸੰਸਾਰ 'ਤੇ ਰਮਿਆ ਹੋਇਆ ਹੈ। ਤੂੰ ਚੰਗੇ ਗੁਣਾਂ ਦਾ ਧਾਰਨੀ ਬਣ, ਉਸ ਮਾਲਕ ਦਾ ਸ਼ੁਕਰਾਨਾ ਕਰ ਅਤੇ ਸਦਾ ਹੀ ਉਸ ਰਮੇ ਹੋਏ ਮਾਲਕ ਪਰਮਾਤਮਾ ਨੂੰ ਧਿਆਉਣਾ ਕਰ ਅਤੇ ਸਮੇਂ ਰਹਿੰਦਿਆਂ ਇਸ ਵੇਲੇ ਨੂੰ ਸੰਭਾਲ ਕੇ ਔਗਣਾਂ ਨੂੰ ਛੱਡ ਕੇ ਤੂੰ ਗੁਣਾਂ ਦਾ ਧਾਰਨੀ ਬਣ ਜਾ। ਸੋ ਇਹ ਉਪਦੇਸ਼ ਧੰਨ ਗੁਰੂ ਤੇਗ ਬਹਾਦਰ ਇਹਨਾਂ ਸ਼ਲੋਕਾਂ ਅੰਦਰ ਦੇ ਰਹੇ ਨੇ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।